उल्ट हो जाना आसान है, मुक्त होना कठिन है। मुक्त होने का मतलब है ना असी पक्ष विच रहीए ते ना असी विरोध च रहीए। उसनूं जरा ठीक तरह नाल समझ लवो। जस्ट ए गेम, एक खेड हो गई। ਜ਼ਰੂਰੀ नहीं कि ਅਸੀਂ खेड ਨੂੰ ਵਿਗਾੜੀਏ। ਜਿਹੜੇ ਲੋਕ ਖੇਡ ਰਹੇ ਹਨ ਉਹਨਾਂ ਨੂੰ ਅਸੀਂ ਖੇਡਣ ਦਈਏ। ਖੇਡ ਨੂੰ ਵਿਗਾੜਨ ਵਿੱਚ ਮਜ਼ਾ ਵੀ ਕੀ ਹੈ। ਇਹ ਵੀ ਜੇਕਰ ਜ਼ਰੂਰੀ ਲੱਗੇ ਕਿ ਉਸ ਖੇਡ ਤੋਂ ਸਾਡੇ ਹਟਣ ਨਾਲ ਜਾਂ ਉਲਟ ਹੋ ਜਾਣ ਨਾਲ, ਪਿੰਨ ਹੋ ਜਾਣ ਨਾਲ, ਦੂਰ ਹੋ ਜਾਣ ਨਾਲ ਖੇਡ ਵਿੱਚ ਵਿਘਨ ਪੈਂਦਾ ਹੈ ਤਾਂ ਤੁਸੀਂ ਖੇਡ ਵਿੱਚ ਸ਼ਾਮਲ ਵੀ ਰਹਿ ਸਕਦੇ ਹੋ। ਫਿਰ ਵੀ ਜੇ ਤੁਸੀਂ ਇਹ ਜਾਣਦੇ ਹੋ ਕਿ ਇਹ ਖੇਡ ਹੈ, ਚਿੱਤ ਸਿਰਫ ਇੱਕ ਸਮਾਜਿਕ ਵਿਵਸਥਾ ਹੈ, ਉਸ ਦੀ ਪਾਲਣਾ ਵੀ ਕਰਦੇ ਹੋ ਪਰ ਜਾਣਦੇ ਹੋ ਕਿ ਸਮਾਜਿਕ ਵਿਵਸਥਾ ਹੈ, ਨਾ ਉਸ ਦੇ ਹੱਕ 'ਚ ਹੋ ਨਾ ਉਸ ਦੇ ਵਿਰੋਧ 'ਚ ਹੋ। ਅੰਦਰ ਜਾਣਦੇ ਹੋ ਕਿ ਇੱਕ ਖੇਡ ਹੈ, ਇਸ ਨੂੰ ਪੂਰਾ ਕਰ ਦੇਣਾ ਹੈ ਤੇ ਤੁਸੀਂ ਮੁਕਤ ਹੋ ਜਾਣਾ ਹੈ। ਚਿੱਤ ਤਦ ਮੁੱਕਦਾ ਹੈ ਜਦ ਸਮਾਜ ਦਾ ਜੀਵਨ ਇੱਕ ਖੇਡ ਹੋ ਜਾਂਦਾ ਹੈ। ਜ਼ਰੂਰੀ ਨਹੀਂ ਤੁਸੀਂ ਆਪਣੀ ਭੈਣ ਨਾਲ ਵਿਆਹ ਕਰਵਾ ਲਵੋ, ਕਿਉਂਕਿ ਚਿੱਤ ਕਹਿੰਦਾ ਹੈ ਨਾ ਕਰਵਾਉਣਾ ਬਹੁਤ ਵੱਡਾ ਪਾਪ ਹੈ, ਅਪਰਾਧ ਹੈ। ਜ਼ਰੂਰੀ ਨਹੀਂ ਕਿ ਤੁਸੀਂ ਵਿਆਹ ਕਰਵਾਉਣ ਜਾਵੋ, ਵਿਆਹ ਕਰਵਾ ਲੈਣ ਨਾਲ ਚਿੱਤ ਨਹੀਂ ਟੁੱਟ ਜਾਏਗਾ। ਜ਼ਰੂਰੀ ਇਹ ਹੈ ਤੁਸੀਂ ਜਾਣੋ ਇਹ ਖੇਡ ਹੈ, ਸਮਾਜ ਦਾ ਇੰਤਜ਼ਾਮ ਹੈ, ਨਾ ਪਾਪ ਹੈ ਨਾ ਪੁੰਨ ਹੈ। ਜਿਸ ਸਮਾਜ ਵਿੱਚ ਤੁਸੀਂ ਰਹਿੰਦੇ ਹੋ ਉਸ ਦਾ ਨਿਯਮ ਹੈ। ਉਸ ਸਮਾਜ ਦੇ ਨਾਲ ਸ਼ਾਂਤੀਪੂਰਵਕ ਰਹਿਣ ਲਈ ਇਹ ਜ਼ਰੂਰੀ ਹੈ। ਉਸ ਦੀ ਮੰਨ ਕੇ ਚੱਲਣ ਵਿੱਚ ਹੀ ਸੌਖ ਹੈ, ਅੰਦਰ ਕੋਈ ਦੋਸ਼ ਨਹੀਂ ਹੈ। ਕੋਈ ਦੂਜੇ ਸਮਾਜ ਦਾ ਵਿਅਕਤੀ ਆਪਣੀ ਭੈਣ ਨਾਲ ਵਿਆਹ ਕਰਵਾ ਰਿਹਾ ਹੋਵੇ ਤਾਂ ਤੁਹਾਡੇ ਮਨ ਵਿੱਚ ਜਰਾ ਵੀ ਭਾਵ ਨਹੀਂ ਉੱਠੇਗਾ ਕਿ ਇਹ ਅਪਰਾਧ ਹੈ, ਪਾਪ ਹੈ। ਸਮਝ ਲਵੋ ਇਹ ਉਸ ਦੇ ਸਮਾਜ ਦੀ ਖੇਡ ਹੈ। ਉਸ ਦੇ ਸਮਾਜ ਦੇ ਆਪਣੇ ਨਿਯਮ ਹਨ ਜਿਵੇਂ ਤੁਹਾਡੇ ਸਮਾਜ ਦੇ ਹਨ। ਇਸ ਖੇਡ ਨੂੰ ਮੰਨ ਕੇ ਚੱਲੋ, ਸਹੂਲਤਪੂਰਨ ਹੈ। ਸਹੂਲਤ ਲਈ ਇਹ ਸਭ ਕਰਨਾ ਠੀਕ ਹੈ। ਉਵੇਂ ਉਸ ਦੇ ਲਈ ਵੀ ਖੇਡ ਹੈ, ਉਹ ਆਪਣੇ ਨਿਯਮ ਮੰਨ ਕੇ ਚੱਲੇ ਤੇ ਸਹੂਲਤਪੂਰਨ ਰਹੇ। ਅਸਹੂਲਤ ਪੈਦਾ ਕਰ ਲੈਣ ਵਿੱਚ ਵੀ ਕੋਈ ਵੱਡੀ ਕ੍ਰਾਂਤੀ ਤਾਂ ਨਹੀਂ ਹੈ। ਕੁਝ ਲੋਕ ਅਸਹੂਲਤ ਪੈਦਾ ਕਰਨ ਵਿੱਚ ਮਜ਼ਾ ਲੈਂਦੇ ਹਨ। ਉਹ ਹੰਕਾਰੀ ਨੇ, ਖੁਦ ਲਈ ਅਸਹੂਲਤ ਪੈਦਾ ਕਰਨ ਵਿੱਚ ਮਜ਼ਾ ਲੈਂਦੇ ਹਨ। ਚਿੱਤ ਇੱਕ ਸਮਾਜ ਦੇ ਅੰਦਰ ਰਹਿਣ ਵਾਲੇ ਲੋਕਾਂ ਦਾ ਨਿਯਮ ਹੈ, ਜਿਸ ਦੇ ਬਿਨਾਂ ਖੇਡਣਾ ਮੁਸ਼ਕਿਲ ਹੋ ਜਾਏਗਾ। ਜੇਕਰ ਲੋਕ ਕਬੱਡੀ ਵੀ ਖੇਡਦੇ ਹਨ ਤਾਂ ਨਿਯਮ ਬਣਾ ਲੈਂਦੇ ਹਨ। ਸਭ ਨਿਯਮ ਰਸਮੀ ਹਨ, ਕੋਈ ਨਿਯਮ ਹਕੀਕੀ ਨਹੀਂ ਹੈ। ਕੋਈ ਕਬੱਡੀ ਦਾ ਨਿਯਮ ਹੁੰਦਾ ਹੈ ਤਾਂ ਦੁਨੀਆ ਦੇ ਨਿਯਮਾਂ ਨਾਲ ਉਸ ਦਾ ਲੈਣਾ ਦੇਣਾ ਨਹੀਂ ਹੈ। ਜਾਂ ਤੁਸੀਂ ਵਾਲੀਬਾਲ ਖੇਡਦੇ ਹੋ, ਕ੍ਰਿਕਟ ਖੇਡਦੇ ਹੋ ਤਾਂ ਨਿਯਮ ਬਣਾ ਲੈਂਦੇ ਹੋ। ਨਿਯਮ ਵਿੱਚ ਕੋਈ ਲਾਜ਼ਮਤਾ ਨਹੀਂ ਹੈ। ਕੋਈ ਇਉਂ ਨਹੀਂ ਹੈ ਕਿ ਕ੍ਰਿਕਟ ਦੇ ਇਹੀ ਨਿਯਮ ਹੋਣਗੇ ਤਾਂ ਹੀ ਖੇਡ ਹੋ ਸਕਦੀ ਹੈ। ਦੂਜੇ ਨਿਯਮਾਂ ਨਾਲ ਵੀ ਖੇਡ ਖੇਡੀ ਜਾ ਸਕਦੀ ਹੈ, ਤੀਜੇ ਨਿਯਮਾਂ ਨਾਲ ਵੀ ਖੇਡ ਖੇਡੀ ਜਾ ਸਕਦੀ ਹੈ। ਇੱਕ ਗੱਲ ਜ਼ਰੂਰੀ ਹੈ ਕਿ ਖੇਡ ਦੇ ਲਈ ਸਾਰੇ ਹੀ ਇੱਕੋ ਨਿਯਮਾਂ ਨੂੰ ਮੰਨਣ। ਜੇ 10 ਖੇਡਣ ਵਾਲੇ ਹਨ, 10 ਨਿਯਮਾਂ ਨੂੰ ਮੰਨਦੇ ਹਨ ਤਾਂ ਖੇਡ ਨਹੀਂ ਹੋ ਸਕਦੀ। 10 ਰਜ਼ਾਮੰਦੀ ਹੋ ਜਾਣ ਤਾਂ ਨਿਯਮ ਬਦਲਿਆ ਵੀ ਜਾ ਸਕਦਾ ਹੈ। ਦੂਜੇ ਨਿਯਮ ਨਾਲ ਖੇਡ ਇਸੇ ਤਰ੍ਹਾਂ ਹੋ ਜਾਏਗੀ। ਜਿਸ ਦਿਨ ਤੁਹਾਨੂੰ ਅਜਿਹਾ ਦਿਖਾਈ ਦੇਣ ਲੱਗ ਪਵੇ ਤੁਹਾਡਾ ਚਿੱਤ ਸਿਰਫ ਸਮਾਜ ਦਾ ਇੰਤਜ਼ਾਮ ਹੈ, ਜਿਸ ਸਮਾਜ ਵਿੱਚ ਤੁਸੀਂ ਪੈਦਾ ਹੋਏ ਹੋ, ਉਸ ਦਿਨ ਤੁਹਾਨੂੰ ਸਭ ਕੁਝ ਖੇਡ ਲੱਗਣ ਲੱਗ ਜਾਏਗੀ। ਅੱਜ ਸਾਰੀ ਦੁਨੀਆ ਵਿੱਚ ਛਿੱਟ-ਪੁੱਟ ਹੋ ਗਈ ਹੈ ਹਾਲਾਤਾਂ ਦੀ। ਇਸ ਦਾ ਕੁੱਲ ਕਾਰਨ ਇੰਨਾ ਹੈ ਕਿ ਵੱਖੋ ਵੱਖਰੇ ਸਮਾਜ ਦੇ ਲੋਕ ਇੱਕ ਦੂਜੇ ਦੇ ਪਹਿਲੀ ਦਫਾ ਪ੍ਰੀਚਿਆ ਵਿੱਚ ਆਏ, ਮੁਸ਼ਕਿਲ ਹੋ ਗਈ। ਹੁਣ ਤੱਕ ਤੁਸੀਂ ਆਪਣੇ ਹੀ ਖੂਹ ਵਿੱਚ ਜਿਉ ਰਹੇ ਸੀ ਤਾਂ ਅਜਿਹਾ ਲੱਗਦਾ ਸੀ ਚਿੱਤ ਜੋ ਹੈ ਉਹ ਕੋਈ ਆਪਣਾ ਹੀ ਨਿਯਮ ਹੈ। ਅਜਿਹਾ ਲੱਗਦਾ ਸੀ ਉਹ ਕੋਈ ਅਲਟੀਮੇਟ ਵਜੂਦ ਦਾ ਨਿਯਮ ਹੈ। ਲੇਕਿਨ ਜਦ ਸਾਰੀ ਦੁਨੀਆ ਦੇ ਲੋਕ ਕਰੀਬ ਆਏ, ਵਿਚਕਾਰਲੀਆਂ ਕੰਧਾਂ ਢਹਿ ਗਈਆਂ, ਖੂਹ ਮਿਟ ਗਏ, ਇਹ ਖੂਹ ਦਾ ਪਾਣੀ ਦੂਜੇ ਖੂਹ ਵਿੱਚ ਪ੍ਰਵੇਸ਼ ਕਰਨ ਲੱਗਾ
तद उन्हां नूं पहली दफ़ा पता लग्या कि जो साडे निज़म सन उन्हां दा किसी संसारिक निज़मां नाल कोई संबंध नहीं सी, वो साडी ही बनाई हुई खेड सी। इस अनुभव के कारण सारी दुनिया विच अनव्यवस्था हो गई, होण वाली सी, क्योंकि असी निज़मां नूं सिर्फ खेड समझिया हुंदा तां ना हुंदी। असी समझिया सी ये परम सच है, असी जाणदे सी कि परम सच है। अफ्रीका विच एक कबीला है जो अपनी माँ नाल भी विआह करवा लैंदा है। धक्का लगदा है सुन के, वो धक्का तुहानूं नहीं लगदा, चित्त नूं लगदा है। उस कबीले दे लोकां नूं जेकर किहा जावे कि अजिहे भी लोग हन जिन्हां दा पिता मर जावे तां उन्हां दी माँ घर विच बैठी रहिंदी है, वो विआह करवाउण नूं भी राजी नहीं, तां उस कबीले दे लोकां नूं भी अजिहा ही धक्का लगदा है कि किहो जिहे लोक ने। जिस माँ ने जन्म दिता है उस नूं घर च विधवा बिठा रखिया है, माँ बुढ़ी हो गई है, तां उस नूं कोई गभरू तां मिलण वाला नहीं है, बेटा ही कुरबानी करे। इस नूं वो कुरबानी कहंदे हन ते कुरबानी है, क्योंकि बेटा जवान लड़की लभ सकदा सी, जवान लड़की उसनूं मिल भी सकदी सी, वो अपनी माँ खातर बलिदान दे रहा है। जेकर उस कबीले दे लोकां नूं साडी गल दसीए तां उन्हां नूं लगदा है किद्दां दे लोक हन, सानूं भी लगदा है कि किद्दां दे लोक हन, पर है तां ये सब खेड है। सन्यासी वो हुंदा है जो इस खेड नूं समझ लवे, खेड अते इस चित्त दी व्यवस्था दे ना पक्ष च रहे ना विरोध च रहे, जिथे जिवें है उस खेड नूं स्वीकार करके खेडदा चलिया जावे तां चित्त तो मुक्त हो जांदा है। समाज तो जो व्यक्ति मुक्त हो जाता है वही विराट विच प्रवेश कर सकता है, क्योंकि समाज ने चारे सीमावां बन रखियां हन। जिस दिन अजिहा आदमी दिखाई पैंदा है कि जगत की सारी व्यवस्था जो मनुख तो बनी हुई है वो काल्पनिक है, उस दिन असी उस व्यवस्था विच प्रवेश करते हैं जो काल्पनिक नहीं है, जो हकीकी है। कठिन है बहुत ते अति क्रांतिकारी भी है। इन्हां दोहां दे विचाले जो राह है जिसनूं अंताकरण कहंदे हां, उसनूं नष्ट करन सुटना है। तैनूं धर्म नूं उस कठोर निज़म नूं उतार देना पवेगा जो तैथों तेरे पहले कदम ते ही पुछेगा। तू उत्तर देंदा है धर्म नूं, नीति नूं नहीं। नीतियां हज़ार हन, धर्म एक है। हिंदू मुसलमान ईसाई सब नीतियां हन, धर्म नहीं हन। सब व्यवस्थावां हन, धर्म एक है। धर्म तैथों पहले ही कदम ते पुछेगा, उस कठोर निज़म नूं उत्तर देना होवेगा। वो कठोर निज़म आदमी दियां कल्पनावां नूं नहीं मनदा, इसलिए कठोर है। तुसीं काल्पनिक जाल विच जिउंदे हो, वो तुहाडे कल्पना जाल विच नहीं पैंदा, इसलिए कठोर है। वो तुहाडीआं सारियां मानतावां, आसावां, दिलासे, तुहाडे सारे भरोसे सब तोड़ सुट्टेगा, वो तुहानूं नहीं मनदा। इसे तरह समझो, जब पहली दफ़ा गैलीलियो ने एक दूरबीन की इजाजत की तो उसने अपने विश्व विद्यालय के मित्रों नूं सद्दा भेजिया, तुसीं आओ आसमान के तारिਆਂ नूं इस दूरबीन नाल देखो। उन्होंने देखण तो इनकार कर दिता। उन्होंने कहा जो साडी अख नाल दिखाई पैंदा है वही सच है। ये दूरबीन विच जरूर कोई तरकीब है, क्योंकि जो साडी अख नाल नहीं दिसदा वो इस दूरबीन नाल दिसदा है। ये मैजिकल है, इस विच कोई जादू है। जान के तुसीं हैरान होवोगे कि विश्व विद्यालय के वड्डे तो वड्डे पंडितां ने उस दूरबीन विच झांकण तो इनकार कर दिता सी, क्योंकि ये शैतान दी इजाद है। क्योंकि जो सानूं दिखाई नहीं पैंदा वो इस विचों दी किवें दिसदा है। फिर उन्होंने बड़े सवाल उठाए। सवाल ये सन, जीसस क्राइस्ट
ਨੂੰ ਜੋ ਦਿਖਾਈ ਨਹੀਂ ਪਿਆ, ਬਾਈਬਲ ਵਿੱਚ ਜਿਸ ਦੀ ਖਬਰ ਨਹੀਂ, ਉਹ ਨਹੀਂ ਹੋ ਸਕਦਾ। ਇਹ ਦੂਰਬੀਨ ਝੂਠ ਹੈ। ਉਸ ਦੂਰਬੀਨ ਵਿੱਚੋਂ ਕੋਈ ਝਾਕਣ ਨੂੰ ਰਾਜੀ ਨਹੀਂ ਸੀ। ਜਿਹੜੇ ਝਾਕਣ ਨੂੰ ਰਾਜੀ ਹੋਏ, ਲੋਕਾਂ ਨੇ ਸਮਝਿਆ ਕਿ ਉਹ ਨਾਸਤਿਕ ਹਨ। ਦੂਰਬੀਨ ਨਾਲ ਕੁਝ ਚੀਜ਼ਾਂ ਦਿਸਦੀਆਂ ਹਨ ਜੋ ਕਿਤਾਬ ਵਿੱਚ ਨਹੀਂ ਸਨ। ਸਮਾਜ ਨੂੰ ਜਿਨ੍ਹਾਂ ਦਾ ਪਤਾ ਨਹੀਂ ਸੀ, ਉਹਨਾਂ ਨੂੰ ਨਹੀਂ ਮੰਨਿਆ ਜਾ ਸਕਦਾ। ਜਿਸ ਦਿਨ ਕੋਈ ਵਿਅਕਤੀ ਚਿੱਤ ਤੋਂ ਉੱਪਰ ਉੱਠ ਕੇ ਦੇਖਦਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦਿਖਾਈ ਦਿੰਦੀਆਂ ਹਨ ਜੋ ਸਮਾਜ ਦੇ ਨਿਯਮਾਂ ਵਿੱਚ ਨਹੀਂ ਹਨ, ਨਹੀਂ ਹੋਣਗੀਆਂ ਸਮਾਜ ਦੇ ਨਿਯਮਾਂ ਵਿੱਚ, ਕਿਉਂਕਿ ਸਮਾਜ ਦੇ ਨਿਯਮ ਅੰਨੇ ਲੋਕਾਂ ਦੇ ਨਿਯਮ ਹਨ। ਸਮਾਜ ਦੇ ਨਿਯਮ ਉਹਨਾਂ ਦਾ ਨਿਯਮ ਹੈ ਜਿਨ੍ਹਾਂ ਨੂੰ ਅਜੇ ਤੱਕ ਆਤਮ ਬੋਧ ਨਹੀਂ ਹੋਇਆ। ਸੱਚ ਤਾਂ ਇਹ ਹੈ ਕਿ ਸਮਾਜ ਦੇ ਨਿਯਮ ਬਣਾਉਣੇ ਹੀ ਇਸ ਲਈ ਪੈਂਦੇ ਹਨ ਕਿ ਲੋਕ ਇੰਨੇ ਅਗਿਆਨੀ ਹਨ ਕਿ ਬਿਨਾਂ ਨਿਯਮ ਦੇ ਚੱਲ ਨਹੀਂ ਸਕਦੇ। ਸਿਰਫ ਗਿਆਨੀ ਬਿਨਾਂ ਨਿਯਮ ਦੇ ਚੱਲ ਸਕਦੇ ਹਨ। ਅਗਿਆਨੀ ਕਿਵੇਂ ਬਿਨਾਂ ਨਿਯਮ ਦੇ ਚੱਲਣਗੇ? ਬਿਨਾਂ ਨਿਯਮ ਦੇ ਚੱਲੇਗਾ ਤਾਂ ਖੁਦ ਨੂੰ ਵੱਡੇ ਖੱਡੇ ਵਿੱਚ ਸੁੱਟੇਗਾ, ਦੂਜਿਆਂ ਨੂੰ ਵੀ ਖੱਡੇ ਵਿੱਚ ਡੇਗ ਦੇਵੇਗਾ। ਅਗਿਆਨੀ ਦੇ ਲਈ ਨਿਯਮ ਜ਼ਰੂਰੀ ਹਨ। ਗਿਆਨੀ ਦੇ ਲਈ ਨਿਯਮ ਦੀ ਕੋਈ ਜ਼ਰੂਰਤ ਨਹੀਂ। ਅੰਨਾ ਆਦਮੀ ਲਾਠੀ ਲੈ ਕੇ ਚੱਲਦਾ ਹੈ, ਟੋਂਦਾ ਹੈ। ਅੱਖ ਵਾਲਾ ਲਾਠੀ ਲੈ ਕੇ ਚੱਲੇ ਤਾਂ ਇਸ ਦੀ ਕੋਈ ਜ਼ਰੂਰਤ ਨਹੀਂ। ਅੱਖ ਵਾਲੇ ਨੂੰ ਛੋਟ ਦਿੱਤੀ ਜਾ ਸਕਦੀ ਹੈ ਲਾਠੀ ਲੈ ਕੇ ਨਾ ਚੱਲਣ ਦੀ, ਲੇਕਿਨ ਅੰਨੇ ਨੂੰ ਛੋਟ ਨਹੀਂ ਦਿੱਤੀ ਜਾ ਸਕਦੀ। ਉਸ ਨੂੰ ਤਾਂ ਲਾਠੀ ਲੈ ਕੇ ਚੱਲਣਾ ਹੀ ਪਵੇਗਾ। ਲੇਕਿਨ ਕਿਸੇ ਅੰਨੇ ਦੀ ਅੱਖ ਖੁੱਲ੍ਹ ਜਾਵੇ, ਫਿਰ ਵੀ ਉਹ ਲਾਠੀ ਲੈ ਕੇ ਚੱਲੇ ਤਾਂ ਅਸੀਂ ਕਹਾਂਗੇ ਫਜ਼ੂਲ ਮੂੰਹ ਬੰਨੀ ਬੈਠਾ ਹੈ। ਹੁਣ ਤਾਂ ਲਾਠੀ ਤੋਂ ਬਿਨਾਂ ਵੀ ਚੱਲਿਆ ਜਾ ਸਕਦਾ ਹੈ। ਹੁਣ ਤਾਂ ਉਸ ਕੋਲ ਲਾਠੀ ਤੋਂ ਬਿਹਤਰ ਚੀਜ਼ ਹੈ ਅੱਖ। ਅੱਖ ਆ ਗਈ, ਹੁਣ ਲਾਠੀ ਦੀ ਕੀ ਲੋੜ ਹੈ? ਜਿਸ ਦਿਨ ਆਤਮਾ ਦੀ ਝਲਕ ਮਿਲਣੀ ਸ਼ੁਰੂ ਹੋ ਜਾਂਦੀ ਹੈ, ਉਸ ਦਿਨ ਚਿੱਤ ਦੀ ਵੀ ਕੋਈ ਲੋੜ ਨਹੀਂ ਰਹਿੰਦੀ। ਉਸ ਦੀ ਲੋੜ ਹੀ ਇਸ ਲਈ ਸੀ ਜੋ ਅਸੀਂ ਨਹੀਂ ਕਰ ਸਕਦੇ ਸੀ ਸਵੈ ਬੋਧ ਨਾਲ। ਉਹ ਸਮਾਜ ਸਾਥੋਂ ਕਰਵਾਉਂਦਾ ਸੀ ਜ਼ਬਰਦਸਤੀ। ਹੁਣ ਅਸੀਂ ਸਵੈ ਬੋਧ ਨਾਲ ਹੀ ਕਰਾਂਗੇ। ਅਸੀਂ ਸੰਨਿਆਸੀਆਂ ਨੂੰ ਨਿਯਮਾਂ ਦੇ ਬਾਹਰ ਰੱਖਿਆ। ਕੋਈ ਸੰਨਿਆਸ ਲੈਂਦਿਆਂ ਹੀ ਨਿਯਮਾਂ ਤੋਂ ਬਾਹਰ ਹੋ ਜਾਂਦਾ ਹੈ, ਅਜਿਹਾ ਨਹੀਂ ਹੈ। ਇਹ ਪਰਮ ਕਲਪਨਾ ਹੈ। ਅਸੀਂ ਸੰਨਿਆਸੀ ਨੂੰ ਨਿਯਮਾਂ ਦੇ ਬਾਹਰ ਰੱਖਿਆ। ਅਸੀਂ ਉਸ ਉੱਤੇ ਕੋਈ ਨਿਯਮ ਨਹੀਂ ਲਾਉਂਦੇ ਇਸ ਲਈ ਕਿ ਅਸੀਂ ਮੰਨਦੇ ਹਾਂ ਉਸ ਨੂੰ ਪਰਮ ਨਿਯਮ ਦਾ ਪਤਾ ਲੱਗ ਗਿਆ ਹੈ। ਹੁਣ ਸਾਡੇ ਨਿਯਮਾਂ ਦੀ ਕੀ ਲੋੜ? ਹੁਣ ਉਹ ਪਰਮਾਤਮਾ ਦੇ ਨਿਯਮਾਂ ਨੂੰ ਜਾਣਦਾ ਹੈ। ਸਮਾਜ ਦੇ ਨਿਯਮਾਂ ਦੀ ਉਸ ਨੂੰ ਕੋਈ ਲੋੜ ਨਹੀਂ। ਸੰਨਿਆਸੀ ਸਾਡੇ ਸਮਾਜ ਦੇ ਨਿਯਮਾਂ ਨੂੰ ਤੋੜਦਾ ਵੀ ਨਹੀਂ। ਜਿਵੇਂ ਕਿ ਕਿਸੇ ਦੀ ਅੱਖ ਖੁੱਲ੍ਹ ਜਾਵੇ, ਉਹ ਲਾਠੀ ਲੈ ਕੇ ਨਾ ਚੱਲੇ, ਲੇਕਿਨ ਜੇ ਅੰਨਿਆਂ ਦੀ ਲਾਠੀ ਕੋਹੇ ਤਾਂ ਜ਼ਰਾ ਜ਼ਿਆਦਤੀ ਕਰ ਰਿਹਾ ਹੈ। ਉਹ ਦੂਜਿਆਂ ਦੇ ਹੱਥ ਦੀ ਲਾਠੀ ਖੋਹਣ ਲੱਗੇ ਤਾਂ ਜ਼ਰਾ ਵਧੀਕੀ ਹੈ। ਲਾਠੀ ਛੁੱਟ ਜਾਏਗੀ ਅੱਖਾਂ ਦੇ ਮਿਲਦਿਆਂ ਹੀ, ਪਰ ਲਾਠੀ ਹੈ। ਸਿਰਫ ਇੱਕ ਵਿਚਕਾਰਲਾ ਇੰਤਜ਼ਾਮ ਹੈ। ਇਸ ਦੀ ਪ੍ਰਤੀਤੀ ਸਾਡੇ ਅੰਦਰ ਬਣੀ ਰਹਿਣੀ ਚਾਹੀਦੀ ਹੈ। ਧਰਮ ਦੇ ਨਿਯਮ ਤਾਂ ਕਠੋਰ ਹਨ। ਉਹ ਕਠੋਰ ਨਿਯਮਾਂ ਨੂੰ ਤੈਨੂੰ ਉੱਤਰ ਦੇਣਾ ਪਵੇਗਾ। ਜੇ ਤੈਥੋਂ ਪਹਿਲੇ ਕਦਮ 'ਤੇ ਪੁੱਛੇਗਾ ਉਹ ਉੱਚੀ ਆਸ ਵਾਲੇ ਕਿ ਤੂੰ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ। ਧਰਮ ਦੇ ਨਿਯਮਾਂ ਦੀ, ਨੀਤੀ ਦੇ ਨਿਯਮਾਂ ਦੀ ਨਹੀਂ। ਕੀ ਤੂੰ ਆਪਣੇ ਹਿਰਦੇ ਤੇ ਮਨ ਨੂੰ ਕੁੱਲ ਮਨੁੱਖਾਂ ਦੇ ਮਹਾਨ ਹਿਰਦੇ ਤੇ ਮਨ ਦੇ ਨਾਲ ਲੈਅਬੱਧ ਕੀਤਾ ਹੈ? ਇਹ ਧਰਮ ਦੇ ਨਿਯਮ ਹਨ। ਕੀ ਤੂੰ ਆਪਣੇ ਹਿਰਦੇ ਤੇ ਮਨ ਨੂੰ ਕੁੱਲ ਮਨੁੱਖਾਂ ਦੇ ਮਹਾਨ ਹਿਰਦੇ ਤੇ ਮਨ ਦੇ ਨਾਲ ਲੈਅਬੱਧ ਕੀਤਾ ਹੈ? ਜਿਵੇਂ ਪਵਿੱਤਰ ਨਦੀ ਦੇ ਗਰਜਨ ਵਿੱਚ ਪ੍ਰਕਿਰਤੀ ਦੀਆਂ ਸਾਰੀਆਂ ਹੀ ਆਵਾਜ਼ਾਂ ਮੁੜ ਗੂੰਜਦੀਆਂ ਹਨ, ਉਵੇਂ ਹੀ ਉਸ ਸਰੋਤਾਪਨ ਦੇ ਹਿਰਦੇ ਨੂੰ ਵੀ ਜੋ ਨਦੀ ਵਿੱਚ ਦਾਖਲ ਹੋਇਆ ਹੈ, ਉਹਨਾਂ ਸਭ ਦੀ ਹਰੇਕ ਆ ਅਤੇ ਵਿਚਾਰ ਨੂੰ ਮੁੜ ਗੁੰਜਾਉਣਾ ਹੋਵੇਗਾ ਜੋ ਜਗਤ ਵਿੱਚ ਜਿਉਂਦੇ ਤੇ ਸਾਹ ਲੈਂਦੇ ਹਨ। ਧਰਮ ਦਾ ਨਿਯਮ ਹੈ ਕਿ ਵਿਰਾਟ ਦੇ ਨਾਲ ਇੱਕਮਿਕ ਦੀ ਪ੍ਰਤੀਤੀ ਹੋਣੀ, ਜੋ ਸਭ ਪਾਸੇ ਮੌਜੂਦ ਹੈ, ਜਿਸ ਦੇ ਅਸੀਂ ਹਿੱਸੇ ਹਾਂ, ਜਿਸ ਤੋਂ ਅਸੀਂ ਪੈਦਾ ਹੋਏ ਹਾਂ, ਜਿਸ ਵਿੱਚ ਅਸੀਂ ਲੀਨ ਹੋ ਜਾਵਾਂਗੇ। ਉਸ ਦੇ ਨਾਲ ਹੁਣੇ ਅਤੇ ਇੱਥੇ ਹੀ ਹਰ ਪਲ
ਛਣ ਛਣ एकात्मक ਦੀ ਪ੍ਰਤੀਤੀ। ਇਸ ਲਈ ਮੈਂ ਕਹਿੰਦਾ ਹਿੰਦੂ ਮੁਸਲਮਾਨ ਈਸਾਈ ਧਰਮ ਨਹੀਂ ਹੋ ਸਕਦੇ, ਕਿਉਂਕਿ ਹਿੰਦੂ ਮੁਸਲਮਾਨ ਦੇ ਨਾਲ ਕਿਵੇਂ ਇੱਕਮਿਕਤਾ ਹੋਵੇਗੀ? ਕਿਵੇਂ ਮੰਦਰ ਦੀ ਪੂਜਾ ਕਰਨ ਵੇਲੇ ਮਸਜਿਦ ਦੀ ਪੂਜਾ ਦੇ ਨਾਲ ਇੱਕਮਿਕ ਹੋਣਗੇ? ਧਾਰਮਿਕ ਸਾਰੇ ਬੰਦਰਾਂ ਦੇ ਉੱਪਰ ਹੋ ਜਾਂਦਾ ਹੈ। ਜ਼ਰੂਰੀ ਨਹੀਂ ਕਿ ਤਦ ਉਹ ਮੰਦਰ ਜਾਣਾ ਬੰਦ ਕਰ ਦੇਵੇ, ਲੇਕਿਨ ਤਦ ਉਹ ਜਾਣਦਾ ਹੈ ਕਿ ਮਸਜਿਦ ਵੀ ਇੱਕ ਮੰਦਰ ਹੈ। ਜ਼ਰੂਰੀ ਨਹੀਂ ਕਿ ਉਹ ਵੇਦ ਪੜ੍ਹਨਾ ਬੰਦ ਕਰ ਦੇਵੇ, ਲੇਕਿਨ ਉਹ ਜਾਣਦਾ ਹੈ ਕੁਰਾਨ ਵੀ ਇੱਕ ਵੇਦ ਹੈ, ਕਿਸੇ ਹੋਰਨਾਂ ਦਾ ਹੋਵੇਗਾ, ਇੱਕ ਨਾ ਹੋਰਾਂ ਨੂੰ ਪਿਆਰਾ ਹੋਵੇਗਾ, ਇੱਕ ਨਾ ਹੋਰਾਂ ਦੇ ਲਈ ਸਹਿਯੋਗੀ ਹੋਵੇਗਾ। ਤਦ ਉਸ ਦੇ ਵਿਰੋਧ ਢਹਿੰਦੇ ਜਾਂਦੇ ਹਨ ਅਤੇ ਹੌਲੀ ਹੌਲੀ ਜਿਵੇਂ ਜਿਵੇਂ ਉਹਦੀ ਸੀਮਾ ਪਿਘਲਦੀ ਹੈ, ਉਵੇਂ ਉਵੇਂ ਸਾਰੀ ਮਨੁੱਖਤਾ ਦੇ ਨਾਲ ਹਿਰਦਾ ਅਤੇ ਮਨ ਲੈਬੱਧ ਹੋ ਜਾਂਦਾ ਹੈ। ਉਸ ਦਿਨ ਅਸੀਂ ਮਨੁੱਖ ਅਖਵਾਉਣ ਦੇ ਅਧਿਕਾਰੀ ਵੀ ਹੁੰਦੇ ਹਾਂ। ਬੜੀ ਕਠਿਨਾਈ ਹੈ। ਸਭ ਤੋਂ ਵੱਡੀ ਕਠਿਨਾਈ ਖਿਆਲ ਵਿੱਚ ਲੈ ਲੈਣਾ ਜ਼ਰੂਰੀ ਹੈ ਕਿ ਅਸੀਂ ਸਭ ਆਨੰਦ ਦੀ ਤਲਾਸ਼ ਵਿੱਚ ਹਾਂ, ਅਸੀਂ ਸਭ ਦੁੱਖ ਵਿੱਚ ਹਾਂ, ਸਭ ਸੁੱਖ ਦੀ ਭਾਲ ਵਿੱਚ ਹਾਂ, ਅਸੀਂ ਸਭ ਦੁੱਖ ਤੋਂ ਬਚਣਾ ਚਾਹੁੰਦੇ ਹਾਂ। ਦੁੱਖ ਸਾਡੀ ਹੀ ਸਥਿਤੀ ਹੈ, ਤਾਂ ਅਸੀਂ ਕੀ ਕਰੀਏ? ਅਸੀਂ ਕਿਵੇਂ ਇਸ ਦੁੱਖ ਨੂੰ ਤੋੜੀਏ? ਅਸੀਂ ਸਿੱਧੇ ਆਨੰਦ ਵਿੱਚ ਛਾਲ ਲਾਉਣਾ ਚਾਹੁੰਦੇ ਹਾਂ ਇਸ ਦੁੱਖ ਤੋਂ, ਅਤੇ ਇਹ ਦੁੱਖ ਸਾਡੀ ਸਥਿਤੀ ਹੈ। ਇਹ ਛਾਲ ਕਿਵੇਂ ਲੱਗੀ? ਸੂਤਰ ਬਹੁਤ ਕੀਮਤੀ ਹੈ। ਸੂਤਰ ਕਹਿੰਦਾ ਹੈ, ਪਹਿਲਾਂ ਵਿਰਾਟ ਦੇ ਦੁੱਖ ਨਾਲ ਖੁਦ ਨੂੰ ਇੱਕ ਕਰ ਲਵੋ। ਜੋ ਤੁਹਾਡੀ ਸਥਿਤੀ ਹੈ ਉਸ ਤੋਂ ਇੱਕਦਮ ਛਾਲ ਲਗਾਉਣੀ ਮੁਸ਼ਕਿਲ ਹੈ, ਔਖੀ ਹੈ। ਤੁਸੀਂ ਦੁਖੀ ਹੋ, ਸਾਰਾ ਜਗਤ ਦੁਖੀ ਹੈ। ਤੁਸੀਂ ਪੀੜ ਵਿੱਚ ਹੋ, ਸਾਰਾ ਜਗਤ ਪੀੜ ਵਿੱਚ ਹੈ। ਤੁਸੀਂ ਇਕੱਲੇ ਹੀ ਪੀੜ ਵਿੱਚ ਨਹੀਂ ਹੋ। ਪੀੜ ਹਰੇਕ ਹਿਰਦੇ ਵਿੱਚ ਹੈ। ਅਸੀਮ ਹੋਣਾ ਅਜੇ ਮੁਸ਼ਕਿਲ ਹੈ। ਅਜੇ ਆਨੰਦ ਦੀ ਅਸੀਮਤਾ ਨੂੰ ਪਾਉਣਾ ਮੁਸ਼ਕਿਲ ਹੈ। ਇੱਕ ਗੱਲ ਤਾਂ ਹੋ ਸਕਦੀ ਹੈ, ਦੁੱਖ ਦੀ ਅਸੀਮਤਾ ਨੂੰ ਪਾ ਲਵੋ। ਅਜੇ ਹੱਸ ਨਹੀਂ ਸਕਦੇ। ਵਿਰਾਟ ਦੇ ਉਸਤਵ ਵਿੱਚ, ਪਰ ਮਨੁੱਖ ਦੇ ਦੁੱਖ ਵਿੱਚ ਤਾਂ ਰੋ ਸਕਦੇ ਹੋ। ਰੋ ਤਾਂ ਰਹੀ ਹੋ ਆਪਣੇ ਦੁੱਖ ਵਿੱਚ। ਘੱਟੋ ਘੱਟ ਇੱਕ ਗੱਲ ਤਾਂ ਆਉਂਦੀ ਹੈ, ਰੋਣਾ ਆਉਂਦਾ ਹੈ। ਤਾਂ ਰੋਣ ਨੂੰ ਹੀ ਜਰਾ ਵੱਡਾ ਕਰ ਲਵੋ। ਉਸ ਰੋਣ ਨੂੰ ਹੀ ਵੱਡਾ ਕਰਨ ਨਾਲ ਵੱਡਾ ਕਰਨ ਦੀ ਕਲਾ ਆ ਜਾਏਗੀ। ਤਦ ਇੱਕ ਬੜੀ ਅਨੋਖੀ ਘਟਨਾ ਵਾਪਰਦੀ ਹੈ। ਤਦ ਤੱਕ ਤੁਸੀਂ ਆਪਣੇ ਹੀ ਦੁੱਖ 'ਚੋਂ ਦੁਖੀ ਹੋ ਕੇ ਤਦ ਤੱਕ ਦੁਖੀ ਹੋ। ਅਸਲ ਵਿੱਚ ਆਪਣੇ ਆਪ ਨਾਲ ਵੱਧਾ ਹੋਣਾ ਹੀ ਦੁੱਖ ਹੈ, ਭੁੱਲ ਹੈ। ਜਿਵੇਂ ਤੁਸੀਂ ਵਿਰਾਟ ਦੇ ਦੁੱਖ ਨਾਲ ਇੱਕ ਹੋਣਾ ਸ਼ੁਰੂ ਹੋ ਜਾਂਦੇ ਹੋ, ਜਿਵੇਂ ਹੀ ਦੂਜੇ ਦੇ ਦੁੱਖ ਨੂੰ ਤੁਸੀਂ ਛੂਹਣ ਲੱਗਦੇ ਹੋ, ਉਵੇਂ ਹੀ ਤੁਹਾਡਾ ਪਿਘਲਣਾ ਸ਼ੁਰੂ ਹੋ ਗਿਆ। ਜਿਸ ਦਿਨ ਮਨੁੱਖਤਾ ਦੀ ਪੀੜ, ਉਸ ਦੀ ਆਹ ਤੁਹਾਡੇ ਹਿਰਦੇ ਨੂੰ ਟੁੰਬਣ ਲੱਗੀ, ਤੁਸੀਂ ਮਿਟਣ ਲੱਗੇ। ਅਚਾਨਕ ਇੱਕ ਦਿਨ ਤੁਸੀਂ ਪਾਉਂਦੇ ਹੋ, ਦੂਜੇ ਦਾ ਦੁੱਖ ਹੀ ਯਾਦ ਰਿਹਾ, ਆਪਣਾ ਭੁੱਲ ਗਿਆ। ਇੱਕ ਦਿਨ ਹੋਰ ਤੁਸੀਂ ਪਾਓਗੇ, ਆਪਣਾ ਦੁੱਖ ਰਿਹਾ ਹੀ ਨਹੀਂ, ਦੂਜੇ ਦਾ ਦੁੱਖ ਰਹਿ ਗਿਆ। ਇਸ ਦੁੱਖ ਦੇ ਨਾਲ ਇਕਾਤਮਕ ਦੀ ਜੋ ਸਥਿਤੀ ਹੈ, ਇਸ ਵਿੱਚ ਤੁਸੀਂ ਮਿਟ ਗਏ। ਤੁਸੀਂ ਉਸ ਭਾਵਨਾ ਬਣ ਗਏ ਜਿੱਥੇ ਆਨੰਦ ਵਾਪਰ ਸਕਦਾ ਹੈ। ਇਹ ਬੜਾ ਉਲਟਾ ਦਿਖਾਈ ਦਿੰਦਾ ਹੈ, ਪਰ ਉਲਟਾ ਹੈ ਨਹੀਂ, ਕਿਉਂਕਿ ਇਹ ਮੂਲ ਆਧਾਰ ਸਾਡੇ ਖਿਆਲਾਂ ਵਿੱਚ ਨਹੀਂ, ਇਸ ਲਈ ਉਲਟਾ ਦਿਖਾਈ ਦਿੰਦਾ ਹੈ। ਦੁੱਖ ਦਾ ਕਾਰਨ ਅਸੀਂ ਆਪਣੇ ਆਪ ਨਾਲ ਹੀ ਵੱਜੇ ਹਾਂ। ਬਸ ਆਪਣੀ ਹੀ ਸੋਚ ਰਹੇ ਹਾਂ, ਆਪਣੀ ਹੀ ਸੋਚੀ ਤੁਰੇ ਜਾ ਰਹੇ ਹਾਂ। ਸਾਨੂੰ ਪਤਾ ਨਹੀਂ ਕਿ ਸਾਡੇ ਚਾਰ ਚੁਫੇਰੇ ਕਿੰਨੀ ਪੀੜ, ਕਿੰਨਾ ਦੁੱਖ ਹੈ। ਅਸੀਂ ਉਸ ਦੇ ਪ੍ਰਤੀ ਅੰਨੇ ਹਾਂ। ਸਾਨੂੰ ਦੂਜਿਆਂ ਦਾ ਸੁੱਖ ਦਿਖਾਈ ਦਿੰਦਾ ਹੈ, ਦੁੱਖ ਨਹੀਂ। ਦੁੱਖ ਸਿਰਫ ਆਪਣਾ ਦਿਖਾਈ ਦਿੰਦਾ ਹੈ। ਇਹ ਵੀ ਸਾਡਾ ਤਰਕ ਹੈ। ਇੱਕ ਮਹਿਲ ਵਿੱਚ ਤੁਸੀਂ ਕਿਸੇ ਨੂੰ ਦੇਖਦੇ ਹੋ, ਲੱਗਦਾ ਹੈ ਕਿੰਨਾ ਸੁਖੀ ਹੋਵੇਗਾ। ਉਸ ਦਾ ਸੁੱਖ ਦਿਸਦਾ ਹੈ। ਇੱਕ ਸੋਹਣੀ ਇਸਤਰੀ ਦੇ ਨਾਲ ਕਿਸੇ ਪੁਰਸ਼ ਨੂੰ ਦੇਖਦੇ ਹੋ, ਸੋਚਦੇ ਹੋ ਕਿੰਨਾ ਸੁਖੀ ਹੋਵੇਗਾ। ਉਸ ਦਾ ਸੁੱਖ ਤੁਹਾਨੂੰ ਦਿਖਦਾ ਹੈ। ਸੋਹਣੀ ਇਸਤਰੀ ਜੋ ਦੁੱਖ ਦਿੰਦੀ ਹੈ, ਉਸ ਦਾ ਪਤਾ ਉਸ ਨੂੰ ਹੀ ਹੈ। ਮਹਿਲ ਵਿੱਚ ਜੋ ਦੁੱਖ ਹੈ, ਉਹ ਮਹਿਲ ਵਿੱਚ ਰਹਿਣ ਵਾਲੇ ਨੂੰ ਹੀ ਪਤਾ ਹੈ, ਕਿਉਂਕਿ ਮਹਿਲ ਵਿੱਚ ਰਹਿਣ ਵਾਲੇ ਨੂੰ ਪੁੱਛੋ,
ਉਹ ਕਦੇ ਨਹੀਂ ਕਹਿੰਦਾ ਮੈਂ ਸੁਖੀ ਹਾਂ, ਉਹ ਆਪਣੇ ਦੁੱਖ ਦੀ ਕਥਾ ਕਹਿੰਦਾ ਹੈ। ਸੋਹਣੀ ਇਸਤਰੀ ਦੇ ਪਤੀ ਤੋਂ ਪੁੱਛੋ, ਉਹ ਆਪਣੇ ਦੁੱਖ ਦੀ ਕਥਾ ਕਹਿੰਦਾ ਹੈ। ਤੁਹਾਨੂੰ ਦੂਜਿਆਂ ਦੇ ਦੁੱਖ ਦਿਖਾਈ ਦਿੰਦੇ ਹਨ ਕਿਉਂਕਿ ਦੂਜਿਆਂ ਦਾ ਬਾਹਰਲਾ ਕੱਜਣ ਦਿਖਦਾ ਹੈ, ਉਸਦੇ ਬਾਹਰੀ ਦਿਖਾਵੇ ਦਿਖਦੇ ਹਨ, ਉਹਨਾਂ ਦੇ ਚਿਹਰੇ ਦਿਸਦੇ ਹਨ, ਕੱਪੜੇ ਦਿਸਦੇ ਹਨ। ਦੂਜਿਆਂ ਦੇ ਹਿਰਦੇ ਤਾਂ ਤੁਹਾਨੂੰ ਦਿਸਦੇ ਹੀ ਨਹੀਂ। ਜੇ ਦੂਜਿਆਂ ਦਾ ਹਿਰਦਾ ਤੁਹਾਨੂੰ ਦਿਖਾਈ ਦੇਣ ਲੱਗ ਪਵੇ ਤਾਂ ਦੁੱਖ ਦਿਸਣ ਲੱਗ ਪੈਣ। ਜਦ ਤੱਕ ਦੂਜਿਆਂ ਦੇ ਸੁੱਖ ਦਿਸਦੇ ਹਨ ਤਦ ਤੱਕ ਆਪਣੇ ਦੁੱਖ ਦਿਖਾਈ ਦਿੰਦੇ ਹਨ। ਜਿਸ ਦਿਨ ਤੁਹਾਨੂੰ ਦੂਜਿਆਂ ਦੇ ਦੁੱਖ ਦਿਸਣੇ ਸ਼ੁਰੂ ਹੋ ਜਾਂਦੇ ਹਨ ਉਸ ਦਿਨ ਤੁਹਾਨੂੰ ਆਪਣੇ ਸੁੱਖ ਦਿਖਾਈ ਦੇਣ ਲੱਗ ਪੈਣਗੇ। ਦ੍ਰਿਸ਼ਟੀ ਪੂਰੀ ਤਰ੍ਹਾਂ ਬਦਲ ਜਾਵੇਗੀ। ਜਿਸ ਦਿਨ ਕੋਈ ਵਿਰਾਟ ਦੇ ਦੁੱਖ ਵਿੱਚ ਇੱਕ ਹੋ ਜਾਏਗਾ ਉਸ ਦਿਨ ਭੁੱਲ ਹੀ ਜਾਂਦਾ ਹੈ ਆਪਣੇ ਦੁੱਖਾਂ ਨੂੰ। ਇਹ ਦੁੱਖ ਨਗੂਣੇ ਹੋ ਜਾਂਦੇ ਹਨ, ਉਹਨਾਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ। ਇਹ ਗੱਲ ਹੀ ਸੋਚਣ ਜਿਹੀ ਨਹੀਂ ਰਹਿ ਜਾਂਦੀ, ਮੇਰਾ ਵੀ ਕੋਈ ਦੁੱਖ ਹੈ। ਇਸ ਦੁੱਖ ਦੇ ਸਾਗਰ ਵਿੱਚ ਮੇਰਾ ਦੁੱਖ ਵੀ ਕੀ ਹੈ। ਉਹ ਵਿਰਾਟ ਦੁੱਖ ਤੁਹਾਡੇ ਦੁੱਖ ਨਗੂਣਾ ਕਰ ਜਾਂਦਾ ਹੈ। ਜਿਵੇਂ ਕਿਸੇ ਨੇ ਤੁਹਾਡੇ ਦੁੱਖ ਦੀ ਲਕੀਰ ਦੇ ਸਾਹਮਣੇ ਇੱਕ ਮਹਾਂ ਲਕੀਰ ਖਿੱਚ ਦਿੱਤੀ ਹੋਵੇ। ਸੁਣਿਆ ਹੈ ਮੈਂ ਇੱਕ ਯਹੂਦੀ ਫਕੀਰ ਹੋਇਆ ਹੈ ਬਾਲਸੇਨ। ਹੱਸਦੀ ਸੀ ਔਰਤ ਸੀ, ਉਹ ਇੱਕ ਬਦਰੋਹੀ ਫਕੀਰ ਸੀ। ਇੱਕ ਦਿਨ ਸਵੇਰੇ ਸਵੇਰੇ ਪਿੰਡ ਦਾ ਇੱਕ ਆਦਮੀ ਉਸ ਦੇ ਕੋਲ ਆਇਆ। ਉਸਨੇ ਬਾਲਸੇਨ ਨੂੰ ਕਿਹਾ ਕਿ ਮੈਂ ਬੜੀ ਮੁਸ਼ਕਲ ਵਿੱਚ ਪਿਆ, ਮੈਂ ਬਹੁਤ ਦੀਨ ਦਰਿੱਦਰ ਗਰੀਬ ਹਾਂ। ਇੱਕ ਛੋਟਾ ਜਿਹਾ ਕਮਰਾ ਹੈ ਮੇਰੇ ਕੋਲ, ਪਤਨੀ ਹੈ, ਪਿਤਾ ਹੈ, ਮਾਂ ਹੈ, 7 ਬੱਚੇ ਹਨ। ਅਸੀਂ ਸਾਰੇ ਉਸ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ ਹਾਂ। ਨਰਕ ਬਣ ਗਿਆ ਹੈ ਬਿਲਕੁਲ, ਪੀੜ ਦਾ ਕੋਈ ਅੰਤ ਨਹੀਂ। ਆਤਮ ਹੱਤਿਆ ਦੀ ਸੋਚਦਾ, ਕੋਈ ਉਪਾਅ ਦੱਸੋ। ਬਾਲਸੇਨ ਨੇ ਕਿਹਾ, ਬਸ ਇੰਨੇ ਹੀ ਹਨ ਤੇਰੇ ਘਰ ਵਿੱਚ, ਤੇਰੇ ਕੋਲ ਬੱਕਰੀ ਨਹੀਂ ਹੈ? ਉਸਨੇ ਕਿਹਾ, ਮੇਰੇ ਕੋਲ 2 ਬੱਕਰੀਆਂ ਹਨ। ਬਾਲਸੇਨ ਨੇ ਕਿਹਾ, ਉਹਨਾਂ ਨੂੰ ਵੀ ਤੂੰ ਕਮਰੇ ਦੇ ਅੰਦਰ ਕਰ ਲੈ। ਉਸਨੇ ਕਿਹਾ, ਬਾਬਾ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋਇਆ? ਮੈਂ ਪੁੱਛਣ ਆਇਆ ਸੀ ਕਿ ਕਿਵੇਂ ਇਸ ਛੋਟੇ ਕਮਰੇ ਨੂੰ ਵੱਡਾ ਕਰਾਂ, ਤੂੰ ਇਸ ਨੂੰ ਵੀ ਛੋਟਾ ਕਰਵਾ ਰਿਹਾ ਹੈ। 2 ਬੱਕਰੀਆਂ ਨੂੰ ਹੋਰ ਅੰਦਰ ਕਰ ਲਵਾਂ? 7 ਬਚਨ, 7 ਬੱਚੇ ਵੀ ਨੇ ਮੇਰੇ, ਪਤਨੀ ਵੀ ਹੈ, ਮਾਂ ਬਾਪ ਵੀ ਹੈ, ਛੋਟਾ ਜਿਹਾ ਕਮਰਾ ਹੈ, ਮੈਂ ਹਾਂ, ਇੰਚ ਭਰ ਵੀ ਬੈਠਣ ਦੀ ਜਗ੍ਹਾ ਨਹੀਂ। ਫਕੀਰ ਨੇ ਕਿਹਾ, ਮੇਰੀ ਮੰਨ। ਬਾਲਸੇਨ ਵੱਡਾ ਆਦਮੀ ਸੀ, ਇੱਕ ਗਰੀਬ ਆਦਮੀ ਉਸ ਦੀ ਆਗਿਆ ਟਾਲ ਵੀ ਨਹੀਂ ਸਕਦਾ ਸੀ। ਉਸਨੇ ਦੋਵੇਂ ਬੱਕਰੀਆਂ ਆਪਣੇ ਘਰ ਦੇ ਅੰਦਰ ਕਰ ਲਈਆਂ। ਉਸ ਦਿਨ ਤੋਂ ਤਾਂ ਘਰ ਮਹਾਨਰਕ ਬਣ ਗਿਆ। 7 ਦਿਨ ਬਾਅਦ ਪਹੁੰਚਿਆ ਕਿ ਛੁਟਕਾਰਾ ਦਵਾ, ਉਹ ਬੱਕਰੀਆਂ ਬਾਹਰ ਕਢਵਾ ਦੇ। ਬਾਲਸੇਨ ਨੇ ਕਿਹਾ, ਹੋਰ ਕੀ ਹੈ ਤੇਰੇ ਕੋਲ? ਉਸਨੇ ਕਿਹਾ, 4 ਮੁਰਗੀਆਂ ਹੋਰ ਵੀ ਹਨ। ਬਾਲਸੇਨ ਨੇ ਕਿਹਾ, ਉਹਨਾਂ ਨੂੰ ਵੀ ਅੰਦਰ ਕਰ ਲੈ। ਉਸਨੇ ਕਿਹਾ, ਕਿ ਮੇਰੀ ਜਾਨ ਹੀ ਲੈਣੀ ਹੈ ਤੂੰ? ਮਰ ਜਾਵਾਂਗਾ, ਹੱਤਿਆ ਤੇਰੇ ਸਿਰ ਲੱਗੇਗੀ। ਬਾਲਸੇਨ ਨੇ ਕਿਹਾ, ਤੂੰ ਇਸ ਦੀ ਫਿਕਰ ਨਾ ਕਰ, ਮੁਰਗੀਆਂ ਨੂੰ ਵੀ ਅੰਦਰ ਕਰ ਲੈ। 7 ਦਿਨਾਂ ਬਾਅਦ ਆਵੀਂ। 7 ਦਿਨਾਂ ਪਿੱਛੋਂ ਉਹ ਆਦਮੀ ਆਇਆ, ਅੱਧਾ ਰਹਿ ਗਿਆ ਸੀ, ਨਾ ਸੌਂ ਸਕਦਾ ਸੀ ਨਾ ਖਾ ਪੀ ਸਕਦਾ ਸੀ। ਉਸਨੇ ਕਿਹਾ ਕਿ ਸੁਣਿਆ ਹੈ ਕਿ ਨਰਕ ਹੁੰਦਾ ਹੈ, ਤੂੰ ਦਿਖਾ ਦਿੱਤਾ ਹੈ, ਇੰਨੀ ਕਿਰਪਾ ਕਰ, ਕੋਈ ਉਪਾਅ ਦੱਸ। ਉਸਨੇ ਕਿਹਾ, ਤਾਂ ਫਿਰ ਇਉਂ ਕਰ, 2 ਬੱਕਰੀਆਂ ਨੂੰ ਬਾਹਰ ਕਰ ਦੇ। ਉਸਨੇ ਗਹਿਰਾ ਠੰਡਾ ਸਾਹ ਲਿਆ। ਉਸਨੇ ਕਿਹਾ, ਬੜੀ ਕਿਰਪਾ ਹੈ ਬਾਬਾ, ਸੋਚ ਕੇ ਹੀ ਮਨ ਪ੍ਰਸੰਨ ਹੁੰਦਾ ਹੈ। ਤਾਂ ਬਾਲਸੇਨ ਨੇ ਕਿਹਾ, ਫਿਰ 4 ਮੁਰਗੀਆਂ ਨੂੰ ਵੀ ਬਾਹਰ ਕਰ ਦੇ। ਉਹ ਇੱਕਦਮ ਪੈਰਾਂ ਵਿੱਚ ਡਿੱਗ ਪਿਆ। ਆਨੰਦ ਦੇ ਹੰਝੂ ਵਗਣ ਲੱਗੇ ਉਸਦੇ। ਅਜਿਹਾ ਲੱਗਦਾ ਸੀ ਕਿ ਸਵਰਗ 'ਚ ਵਾਪਸ ਆ ਗਿਆ। ਉਹੀ ਘਰ ਸੀ। ਵੱਡਾ ਦੁੱਖ ਛੋਟੇ ਦੁੱਖ ਨੂੰ ਸੁੱਖ ਬਣਾ ਦਿੰਦਾ ਹੈ। ਇਉਂ ਸਮਝੋ ਕਿ ਜੇ ਸਾਰੀ ਦੁਨੀਆ ਦੇ ਦੁੱਖ, ਸਾਰੀਆਂ ਮੁਰਗੀਆਂ ਤੇ ਸਾਰੀਆਂ ਬੱਕਰੀਆਂ ਤੁਸੀਂ ਆਪਣੇ ਹੀ ਘਰ ਦੇ ਅੰਦਰ ਕਰ ਲਵੋ ਤਾਂ ਤੁਹਾਡਾ ਦੁੱਖ ਕਿੱਥੇ ਹੈ? ਉਹ ਖੋ ਗਿਆ। ਉਸ ਦੁੱਖ ਦੇ ਨਾਲ ਤੁਸੀਂ ਵੀ ਖੋ ਗਏ। ਸੋ ਬਾਕੀ ਕੱਲ੍ਹ ਤੱਕ। ਜੇਕਰ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਆਵਾਜ਼ ਵਿੱਚ
ਜਾਂ ਬੋਲਣ ਵਿੱਚ ਕੋਈ ਕਮੀ ਲੱਗਦੀ ਹੋਵੇ ਤਾਂ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਤੁਸੀਂ ਓਸ਼ੋ ਦੇ ਕਿਹੜੇ ਹੋਰ ਪ੍ਰਵਚਨਾਂ ਨੂੰ ਪਸੰਦ ਕਰਦੇ ਹੋ ਇਹ ਵੀ ਕਮੈਂਟ ਬਾਕਸ ਵਿੱਚ ਦੱਸਣਾ। ਸੋ ਧੰਨਵਾਦ ਜੀ, ਕੱਲ੍ਹ ਤੱਕ, ਬਾਏ ਬਾਏ।